ਸਰ ਇਹ ਦੱਸੋ ਵੀ ਕਿਸ ਤਰ੍ਹਾਂ ਤੁਸੀਂ ਦਵਾਈ ਕਿੱਦਾਂ ਪਾਉਂਦੇ ਹੋ, ਕਿਸ ਤਰ੍ਹਾਂ ਟ੍ਰੀਟਮੈਂਟ ਕਿਸ ਤਰ੍ਹਾਂ ਚੱਲਦਾ ਹੈ? ਡਿਪੈਂਡ ਕਰਦਾ ਇੱਕ ਪੇਸ਼ੈਂਟ ਦੇ ਸਪੈਕਸ ਕੀ ਨੰਬਰ ਹੈਗਾ, ਕਿਸੇ ਨੂੰ ਮੋਤੀਆ ਹੈਗਾ, ਮੋਤੀਆ ਕਿੰਨੇ % ਹੈਗਾ, ਕਿਸੇ ਦਾ 20% ਹੁੰਦਾ, ਕਿਸੇ ਦਾ 60% ਹੁੰਦਾ, ਕਿਸੇ ਦਾ ਪੱਕਣ ਦੇ ਨੇੜੇ ਹੁੰਦਾ। ਉਸ ਹਿਸਾਬ ਨਾਲ ਦਵਾਈ ਦਾ ਪ੍ਰੋਸੀਜਰ ਹੈਗਾ। ਦਵਾਈ ਉਹਨਾਂ ਟਾਈਮ ਚੱਲਦੀ ਹੈ ਦਵਾਈ। ਸਾਡੀ ਦਵਾਈ ਨਾਲ ਦੇਖੋ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਤੁਹਾਨੂੰ ਕਿ ਸਾਡੀ ਦਵਾਈ ਦਾ ਡਿਪੈਂਡ ਕਰਦਾ ਵੀ ਕੈਟਰੈਕਟ 20% ਆ, 30% ਆ, 50% ਆ, 80% ਆ। ਉਸ ਹਿਸਾਬ ਨਾਲ ਸਾਡੀ ਦਵਾਈ ਨੇ ਆਹਿਸਤਾ ਆਹਿਸਤਾ ਕੱਟਣਾ, ਕਿਉਂਕਿ ਦੈਟ ਇਜ਼ ਟੋਟਲੀ ਆਯੁਰਵੈਦਿਕ ਮੈਡੀਸਨ। ਜਿੰਨਾ ਅੱਖਾਂ 'ਤੇ ਸਟ੍ਰੇਨ ਪਊਗਾ ਉਹਨਾਂ ਦਿਮਾਗ 'ਤੇ ਬੋਝ ਪਊਗਾ, ਜਿੰਨਾ ਜ਼ਿਆਦਾ ਬੋਝ ਪਊਗਾ ਉਨੀਆਂ ਅੱਖਾਂ ਆਪਾਂ ਜਲਦੀ ਖਰਾਬ ਕਰਾਂਗੇ। ਕੋਲ ਸੈਂਕੜੇ ਪੇਸ਼ੈਂਟ ਐਸੇ ਨੇ ਜਿਹੜੇ ਦੁਬਾਰਾ ਆਉਂਦੇ ਨੇ, ਜਿੱਥੋਂ ਡਾਕਟਰਾਂ ਨੇ ਜਵਾਬ ਦਿੱਤੇ ਹੋਏ ਹੁੰਦੇ ਨੇ, ਉੱਥੋਂ ਵੀ ਸਾਡੇ ਕੋਲ ਠੀਕ ਹੋ ਕੇ ਵੀ ਗਏ ਨੇ। ਸੈਂਕੜੇ ਕੀ ਕਹਿ ਸਕਦੇ, ਹਜ਼ਾਰਾਂ ਕਹਿ ਸਕਦੇ ਹਾਂ। ठीक है जी, इस करके बार बार आते हैं। तो मेरी आँख थी वो 0.75 का चश्मा था और 6/18 की आँख थी। अब मेरी 6/6 की आँख हो गई। इस दवाई से बहुत ज़्यादा फर्क हुआ और मेरा मेडिकल क्लियर हो गया। हमने तो देखो फर्स्ट टाइम में डलाया अभी, और क्या 2-3 बंदे यहाँ से डलवा के गए थे तो उनका रिजल्ट बढ़िया रहा उनके हिसाब से। उस हिसाब से हमने भी यहाँ आने की हिम्मत करी है भाई, चलो देखते हैं क्या होता है। हाँ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਸੰਦੀਪ ਸ਼ਰਮਾ। ਜੇਕਰ ਤੁਹਾਡੀ ਨਜ਼ਰ ਦੂਰ ਦੀ ਕਮਜ਼ੋਰ ਹੈ ਜਾਂ ਨੇੜੇ ਦੀ ਕਮਜ਼ੋਰ ਹੈ ਜਾਂ ਤੁਹਾਡੀ ਅੱਖਾਂ ਦੇ ਵਿੱਚ ਲਾਲੀ ਰਹਿੰਦੀ ਹੈ, ਕਿਸੇ ਤਰ੍ਹਾਂ ਦੀ ਤੁਹਾਡੀ ਅੱਖਾਂ ਦੀ ਅਗਰ ਬਿਮਾਰੀ ਤੁਹਾਨੂੰ ਘੇਰਦੀ ਹੈ ਔਰ ਤੁਸੀਂ ਮਹਿੰਗੇ ਇਲਾਜ ਕਰਾਉਣ 'ਤੇ ਤੁਸੀਂ ਥੱਕ ਚੁੱਕੇ ਹੋ ਔਰ ਲਗਾਤਾਰ ਦਵਾਈਆਂ ਖਾ ਕੇ ਤੁਹਾਡੀ ਅੱਖ ਨੂੰ ਹਜੇ ਆਰਾਮ ਨਹੀਂ ਮਿਲਦਾ, ਤਾਂ ਤੁਹਾਨੂੰ ਅੱਜ ਅਸੀਂ ਲੁਧਿਆਣਾ ਦੇ ਇੱਕ ਐਸੇ ਵੈਦ ਡਾਕਟਰ ਨਾਲ ਮਿਲਾਉਣ ਜਾ ਰਹੇ ਹਾਂ ਜਿਹੜੇ ਅੱਖਾਂ ਦੇ ਜਿਹੜੇ ਇੱਥੇ ਇਲਾਜ ਕਰਦੇ ਹੈ ਔਰ ਤਕਰੀਬਨ ਕੁਛ ਦਵਾਈ ਦੀਆਂ ਬੂੰਦਾਂ ਪਾ ਕੇ ਉਹਨਾਂ ਦਾ ਜਿਹੜਾ ਅੱਖਾਂ ਦਾ ਇਲਾਜ ਬਿਲਕੁਲ ਕੁਛ ਹੀ ਦਿਨਾਂ ਦੇ ਵਿੱਚ ਸਹੀ ਹੋ ਜਾਂਦਾ। ਅਤੇ ਅਸੀਂ ਤੁਹਾਨੂੰ ਇਹ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦੇ ਇੱਕ ਇਲਾਕੇ ਦੀ, ਜਿੱਥੇ ਇਹ ਅਲੱਗ-ਅਲੱਗ ਜ਼ਿਲ੍ਹਿਆਂ 'ਚੋਂ ਆਏ ਹੈ। ਲੁਧਿਆਣਾ ਤੋਂ ਇਲਾਵਾ ਹੋਰ ਵੀ ਸ਼ਹਿਰਾਂ 'ਚੋਂ ਆਏ ਆ, ਯੂਪੀ ਤੋਂ ਵੀ ਆਏ ਆ, ਬਿਹਾਰ ਤੋਂ ਵੀ ਲੋਕ ਇੱਥੇ ਆਏ ਆ ਔਰ ਪੰਜਾਬ ਦੇ ਅਲੱਗ-ਅਲੱਗ ਇੱਥੇ ਸ਼ਹਿਰਾਂ 'ਚੋਂ ਆਏ ਲੋਕ ਬੈਠੇ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦੈਨਿਕ ਸਵੇਰਾ ਟੀਵੀ ਦੇ ਵਿੱਚ। ਜਿਹੜੇ ਇਹ ਉਹ ਮਰੀਜ਼ ਆ ਜਿਨ੍ਹਾਂ ਨੂੰ ਆਈ ਸਾਈਟ ਦੀ ਪ੍ਰੋਬਲਮ ਹੈ, ਚਾਹੇ ਉਹ ਨੇੜੇ ਦੀ ਨਜ਼ਰ ਹੋਵੇ, ਦੂਰ ਦੀ ਨਜ਼ਰ ਹੋਵੇ ਜਾਂ ਅੱਖਾਂ 'ਚ ਕੁਛ ਰੜਕਪਨ ਪੈਂਦਾ ਹੋਵੇ ਜਾਂ ਲਾਲੀ ਚਾਂਦੀ ਹੋਵੇ। ਇਸ ਤਰ੍ਹਾਂ ਦੀ ਜਿਹੜੀ ਨਜ਼ਰ ਸਾਈਡ ਜਿਹੜੀ ਬਲਾਈਂਡਨੈਸ ਹੁੰਦੀ ਕੁਝ ਬੱਚਿਆਂ ਦੇ ਵੀ ਕਹਿ ਲਓ ਜਾਂ ਸਿਆਣੇ 'ਚ ਕਹਿ ਲਓ, ਕੁਛ ਉਮਰ ਨੂੰ ਲੈ ਕੇ ਜਦੋਂ ਬਲਾਈਂਡਨੈਸ ਦੀ ਪ੍ਰੋਬਲਮ ਆਉਂਦੀ ਹੈ, ਕਾਲਾ ਮੋਤੀਆ ਵੀ ਕਹਿੰਦੇ, ਚਿੱਟਾ ਮੋਤੀ ਵੀ ਕਹਿੰਦੇ, ਤਾਂ ਕੁਛ ਬੂੰਦਾਂ ਪਾ ਕੇ ਅਤੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ। ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਡਾਕਟਰ ਇੱਥੇ ਇਕਬਾਲ ਸਿੰਘ ਗਰੇਵਾ ਯਾਨੀ ਕਿ ਡਾਕਟਰ ਭੁਪਿੰਦਰ ਸਿੰਘ ਜੀ ਇੱਥੇ ਇਲਾਜ ਕਰਦੇ ਹੈ। ਉਹਨਾਂ ਲੋਕਾਂ ਦਾ ਤੁਸੀਂ ਦੇਖ ਸਕਦੇ ਹੋ ਜਿਹੜੇ ਉਹ ਮਰੀਜ਼ ਦੀ ਅੱਖਾਂ ਦੇ ਵਿੱਚ ਇਹ ਡ੍ਰੌਪ ਪੈਂਦੇ ਆ, ਆਈਜ਼ ਦੀਆਂ ਦਵਾਈਆਂ ਪੈਂਦੀਆਂ, ਅਤੇ ਥੋੜ੍ਹਾ ਬਹੁਤ ਉਹਨਾਂ ਨੂੰ ਤਕਲੀਫ ਹੁੰਦੀ ਹੈ, ਯਾਨੀ ਕਿ ਦਵਾਈ ਜਦੋਂ ਅਸਰ ਕਰਦੀ ਹੈ ਅਤੇ 2-3 ਬੂੰਦਾਂ ਆਈਸ 'ਚ ਪਾਉਂਦੇ, ਜਿਹੜੀ ਆਈਸ 'ਚ ਉਹਨਾਂ ਦੀ ਪ੍ਰੋਬਲਮ ਹੁੰਦੀ ਹੈ, ਚਾਹੇ ਉਹ ਨੇੜੇ ਦੀ ਨਜ਼ਰ ਹੋਵੇ, ਦੂਰ ਦੀ ਨਜ਼ਰ ਹੋਵੇ। ਅੱਜ ਕੱਲ੍ਹ ਜਿਹੜੇ ਡਾਕਟਰ ਜ਼ਿਆਦਾ ਕਹਿੰਦੇ ਗਲੂਕੋਮਾ ਦੀ ਇੱਕ ਘਾਤਕ ਬਿਮਾਰੀ ਹੈ ਜਿਹੜੀ ਅੱਖਾਂ ਦੇ ਵਿੱਚ ਪ੍ਰੈਸ਼ਰ ਪੈਂਦਾ ਜਦੋਂ, ਅਤੇ ਇਹ ਇਸ ਤਰ੍ਹਾਂ ਦੀ ਬਿਮਾਰੀ ਹੁੰਦੀ ਜਿੰਨਾ ਵੀ ਕੁਝ ਸਮੇਂ ਦੇ ਬਾਅਦ ਇਨਸਾਨ ਦੀ ਨਜ਼ਰ ਯਾਨੀ ਕਿ ਬਿਲਕੁਲ ਜਿਹੜਾ ਇਨਸਾਨ ਹੈ ਉਹ ਅੰਧਾਪਨ ਯਾਨੀ ਅੰਨਾਪਨ ਵੀ ਆ ਸਕਦਾ ਹੈ। ਤੋ ਚਾਹੇ ਕੈਟਰੈਕਟ ਹੋਵੇ, ਚਾਹੇ ਇੱਦਾਂ ਦੀ ਹੋਰ ਕੁਛ ਬਿਮਾਰੀਆਂ ਜਾਂ ਦੂਰ ਦ੍ਰਿਸ਼ਟੀ ਬਲਾਈਂਡਨੈਸ ਜਾਂ ਨਾਈਟ ਵਿਜ਼ਨ ਜੋ ਕਹਿੰਦੇ, ਪਰ ਰਾਤ ਵੇਲੇ ਘੱਟ ਦਿਸਦਾ ਹੈ, ਅਤੇ ਉਹਦੇ ਇਲਾਜ ਵਾਸਤੇ ਡਾਕਟਰ ਭੁਪਿੰਦਰ ਸਿੰਘ ਇੱਥੇ ਜੇ ਇਹਦਾ ਇਲਾਜ ਕਰਦੇ ਆ, ਕੁਛ ਬੂੰਦਾਂ ਪਾਉਂਦੇ ਹੈ ਅਤੇ ਉਹ ਜਿਹੜੀ ਦਵਾਈ ਇੱਕਦਮ ਅਸਰ ਕਰਦੀ ਹੈ। ਇਹ ਸਾਰੀ ਗੱਲਬਾਤ ਕਰਾਂਗੇ ਡਾਕਟਰ ਭੁਪਿੰਦਰ ਸਿੰਘ ਜਦੋਂ ਦਵਾਈ ਪਾਉਂਦੇ ਆ। ਗੱਲਬਾਤ ਸਰ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਦੇ ਵਿੱਚ। ਵੈਲਕਮ ਜੀ। ਤੁਸੀਂ ਪਾਉਂਦੇ ਹੋ ਅਤੇ ਇੱਕਦਮ ਜਿਹੜਾ ਮਰੀਜ਼ ਇੱਕਦਮ ਘਬਰਾਉਂਦਾ ਕਾਰਨ? ਕਿਉਂਕਿ ਦਵਾਈ ਥੋੜ੍ਹੀ ਜਿਹੀ ਲੱਗਦੀ ਹੈ, ਆਯੁਰਵੈਦਿਕ ਦਵਾਈ ਹੋਣ ਕਰਕੇ ਲੱਗਦੀ ਹੈ, ਜਿਵੇਂ ਹੋਮਿਓਪੈਥਿਕ ਦਵਾਈਆਂ ਵੀ ਆਉਂਦੀਆਂ ਨੇ ਉਹ ਵੀ ਲੱਗਦੀਆਂ ਨੇ, ਠੀਕ ਹੈ ਜੀ। ਅਤੇ ਇਸ ਕਰਕੇ ਉਹਦਾ ਇਫੈਕਟ ਵੀ ਇਸ ਜ਼ਿਆਦਾ ਆਉਂਦਾ ਇਹਦੇ ਨਾਲ,
ਜੋ ਜਿਹੜੀ ਦਵਾਈ ਲੱਗੂਗੀ ਇਫੈਕਟ ਜ਼ਿਆਦਾ ਕਰੂਗੀ। ਸਰ ਕਿੰਨੇ ਸਾਲ ਤੋਂ ਇਹ ਕੰਮ ਤੁਸੀਂ ਕਰ ਰਹੇ ਹੋ? ਤਕਰੀਬਨ 37-38 ਸਾਲ ਤੋਂ ਅਸੀਂ ਇਹ ਕੰਮ ਕਰ ਰਹੇ ਹਾਂ ਜੀ। ਤੇ ਮੇਰੇ ਪਿਤਾ ਜੀ ਕੰਮ ਕਰਦੇ ਸੀਗੇ ਜੀ। ਠੀਕ ਹੈ ਜੀ। ਉਹ ਮਹੀਨਾ ਕੁ ਪਹਿਲਾਂ ਗੁਰੂ ਚਰਨਾਂ 'ਚ ਜਾ ਬਰਾਜੇ ਨੇ। ਉਹਨਾਂ ਨੇ ਮੈਨੂੰ, ਮੈਂ ਉਹਨਾਂ ਨਾਲ 20-25 ਸਾਲ ਤੋਂ ਕੰਮ ਕੀਤਾ, ਉਹਨਾਂ ਨਾਲ ਕੰਮ ਕਰਦਾ ਆ ਰਿਹਾ ਸੀ। ਉਹਨਾਂ ਨੇ ਮੈਨੂੰ ਸਾਰਾ ਇਹ ਬੇਸਿਕਲੀ ਗੱਲ ਕਰਤੀ ਜਾਵੇ ਤਾਂ ਆਮ ਜਿਹੜੇ ਲੋਕਾਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਜ਼ਿਆਦਾਤਰ ਆਈ ਸਾਈਡ ਨੂੰ ਲੈ ਕੇ ਨਜ਼ਦੀਕ ਦੀ ਆਉਂਦੀ ਹੈ ਜਾਂ ਦੂਰ ਦੀ ਆਉਂਦੀ, ਜਾਂ ਅੱਜ ਕੱਲ੍ਹ ਜਿਹੜੇ ਬੜੀ ਡਾਕਟਰ ਕਹਿੰਦੇ ਗਲੂਕੋਮਾ ਹੋ ਜਾਂਦਾ, ਗਲੂਕੋਮਾ ਕੇ ਕਾਫੀ ਬਹੁਤ ਟਾਈਪ ਦੀਆਂ ਬਿਮਾਰੀਆਂ ਨੇ ਜੀ, ਜਿਵੇਂ ਕਿ ਗਲੂਕੋਮਾ ਹੈਗਾ, ਚਿੱਟਾ ਮੋਤੀਆ ਹੈਗਾ, ਸਪੈਕਸ ਹੈਗੀ, ਪੈਂਗਾਪਣ ਹੈਗਾ, ਜਿਹਨੂੰ ਆਪਾਂ ਸਕੁਇੰਟ ਕਹਿ ਦਿੰਦੇ ਆ। ਤੇ ਇਸ ਤਰ੍ਹਾਂ ਦੀਆਂ ਬਹੁਤ ਟਾਈਪ ਦੀਆਂ ਬਿਮਾਰੀਆਂ ਹੈਗੀਆਂ। ਰੈਟੀਨਾ ਡਿਟੈਚ ਹੋ ਗਿਆ, ਉਹ ਲੋਕਾਂ ਦੇ ਇੰਜੈਕਸ਼ਨ ਲੱਗਦੇ ਨੇ। ਤੇ ਇਸ ਤਰ੍ਹਾਂ ਦੀਆਂ ਕਾਫੀ ਸਾਰੀਆਂ ਬਿਮਾਰੀਆਂ ਹੈਗੀਆਂ ਜਿਨ੍ਹਾਂ ਦਾ ਕਿਸੇ ਵੀ ਜਗ੍ਹਾ 'ਤੇ ਇਲਾਜ ਨਹੀਂ। ਉਹ ਬੇਸਿਕਲੀ ਆਈ ਸਕਿਨ ਦੀ ਅਸੀਂ ਗੱਲ ਕੀਤੀ ਹੈ, ਪੈਂਗਾਪਨ ਕਰ ਰਹੇ ਅਸੀਂ ਇਸ ਰਫੀ ਤੋਂ, ਤੇ ਜ਼ਿਆਦਾਤਰ ਬੇਸਿਕਲੀ ਇਹ ਬੱਚਿਆਂ 'ਚ ਜ਼ਿਆਦਾ ਜਿਹੜੋ ਜਮਾਂਦਰੂ ਹੁੰਦੀ ਕਿ ਜਮਾਂਦਰੂ ਨਹੀਂ ਹੈ, ਕਿਉਂਕਿ ਇਹ ਜਦੋਂ ਆਪਾਂ ਹੁਣ ਪਿੱਛੇ ਲੋਕਡਾਊਨ ਰਿਹਾ, ਲੋਕਡਾਊਨ 'ਚ ਬੱਚਿਆਂ ਨੇ ਬਹੁਤ ਜ਼ਿਆਦਾ ਮੋਬਾਈਲ TV ਦੇਖੇ ਨੇ, ਤੇ ਉਹਦੇ ਕਰਕੇ ਵੀ ਹੈ। ਹੁਣ ਅੱਜ ਕੱਲ੍ਹ ਸਿਸਟਮ ਇਹ ਬਣ ਚੁੱਕਿਆ ਕਿ ਸਾਰੀ ਪੜ੍ਹਾਈ ਮੋਬਾਈਲ 'ਤੇ ਹੀ ਆ ਰਹੀ ਹੈ, PC 'ਤੇ ਆ ਰਹੀ ਹੈ, ਟੈਬ 'ਤੇ ਆ ਰਹੀ ਹੈ। ਉਹਦੇ ਕਰਕੇ ਬੱਚੇ ਜ਼ਿਆਦਾ ਟਾਈਮ ਬਹਿੰਦੇ ਆ, 3-3 4-4 ਘੰਟੇ ਪੜ੍ਹਾਈ ਕਰਦੇ ਆ, ਉਹਦੇ ਨਾਲ ਦਿੱਕਤ ਆ ਰਹੀ ਹੈ। ਸਰ ਇਹ ਦੱਸੋ ਵੀ ਕਿਸ ਤਰ੍ਹਾਂ ਤੁਸੀਂ ਦਵਾਈ ਕਿੱਦਾਂ ਪਾਉਂਦੇ ਹੋ, ਕਿਸ ਤਰ੍ਹਾਂ ਟ੍ਰੀਟਮੈਂਟ ਕਿਸ ਤਰ੍ਹਾਂ ਚੱਲਦਾ ਪੇਸ਼ੈਂਟ? ਡਿਪੈਂਡ ਕਰਦਾ ਕਿ ਪੇਸ਼ੈਂਟ ਦੇ ਸਪੈਕਸ ਕੀ ਨੰਬਰ ਹੈਗਾ, ਕਿਸੇ ਨੂੰ ਮੋਤੀਆ ਹੈਗਾ, ਮੋਤੀਆ ਕਿੰਨੇ % ਹੈਗਾ, ਕਿਸੇ ਦਾ 20% ਹੁੰਦਾ, ਕਿਸੇ ਦਾ 60% ਹੁੰਦਾ, ਕਿਸੇ ਦਾ ਪੱਕਣ ਦੇ ਨੇੜੇ ਹੁੰਦਾ। ਉਸ ਹਿਸਾਬ ਨਾਲ ਦਵਾਈ ਦਾ ਪ੍ਰੋਸੀਜਰ ਹੈਗਾ। ਦਵਾਈ ਉਹਨਾਂ ਟਾਈਮ ਚੱਲਦੀ ਹੈ, ਦਵਾਈ ਲੰਬਾ ਟਾਈਮ ਚੱਲਦੀ ਹੈ, ਕਿਸੇ ਦੇ ਛੇਤੀ ਠੀਕ ਹੋ ਜਾਂਦਾ, ਕਾਫੀ ਪੇਸ਼ੈਂਟ ਠੀਕ ਹੁੰਦੇ। ਕੈਟਰੈਕਟ ਦੀ ਗੱਲ ਕੀਤੀ ਜਾਂਦੀ ਹੈ, ਲੇਜ਼ਰ ਤਕਨੀਕ ਅੱਜ ਕੱਲ੍ਹ ਡਾਕਟਰ ਕਰਦੇ, ਕਾਫੀ ਮਹਿੰਗੇ ਇਲਾਜ ਹੁੰਦੇ ਆ। ਕਿਸ ਤਰ੍ਹਾਂ ਤੁਸੀਂ ਇਸ ਨੂੰ ਦੇਖਦੇ ਹੋ, ਕਿੰਨੀ ਦੇਰ 'ਚ ਤੁਹਾਡੀ ਦਵਾਈ ਨਾਲ ਅਸਰ ਹੁੰਦਾ? ਨਹੀਂ, ਸਾਡੀ ਦਵਾਈ ਨਾਲ ਦੇਖੋ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਤੁਹਾਨੂੰ ਕਿ ਸਾਡੀ ਦਵਾਈ ਦਾ ਡਿਪੈਂਡ ਕਰਦਾ ਵੀ ਕੈਟਰੈਕਟ 20% ਆ, 30% ਆ, 50% ਆ, 80% ਆ। ਉਸ ਹਿਸਾਬ ਨਾਲ ਸਾਡੀ ਦਵਾਈ ਨੇ ਆਹਿਸਤਾ ਆਹਿਸਤਾ ਕੱਟਣਾ, ਕਿਉਂਕਿ ਦੈਟ ਇਜ਼ ਟੋਟਲੀ ਆਯੁਰਵੈਦਿਕ ਮੈਡੀਸਨ। ਫਿਰ ਵੀ ਮੋਸਟਲੀ ਅਗਰ ਸਪੋਜ਼ ਇੱਕ ਮਰੀਜ਼ ਨੂੰ ਇਹ 80% ਬਾਰੇ ਗੱਲ ਕਰਦੇ ਆ ਤਾਂ ਤੁਹਾਡੀ ਦਵਾਈ ਨਾਲ ਕਿੰਨੀ ਦੇਰ 'ਚ ਬਣਦੀ? ਟਾਈਮ ਲੱਗਦਾ ਜੀ, ਉਹਦੇ 'ਚ ਤਕਰੀਬਨ 9-10 ਮਹੀਨੇ 'ਚ। ਹਾਂ, 9-10 ਮਹੀਨੇ। ਮਹਿੰਗੇ ਆਪਰੇਸ਼ਨਾਂ ਦੀ ਲੋੜ ਨਹੀਂ ਪੈਂਦੀ? ਨਹੀਂ, ਬਿਲਕੁਲ ਨਹੀਂ। ਕਿਸ ਤਰ੍ਹਾਂ ਸਰ ਦੇਖਦੇ ਹੋ ਅੱਜ ਕੱਲ੍ਹ, ਜਦ ਅਸੀਂ ਗੱਲ ਕੀਤੀ ਪਹਿਲਾਂ ਵੀ ਡਿਜੀਟਲ ਲਾਈਵ ਮੋਬਾਈਲ ਜਿਹੜਾ ਮਤਲਬ ਕਿ ਜ਼ਿਆਦਾਤਰ ਐਡਵਾਂਸ ਟੈਕਨੋਲੋਜੀ ਚੱਲ ਰਹੀ ਹੈ, ਮੋਬਾਈਲ ਦਾ ਬੱਚੇ ਵੀ ਯੂਜ਼ ਕਰਦੇ ਆ, ਕਿਸ ਤਰ੍ਹਾਂ ਦੀ ਸਿਹਤ ਵਾਸਤੇ ਬੱਚਿਆਂ ਨੂੰ ਜਾਂ ਸਿਆਣਿਆਂ ਨੂੰ ਕਿੰਨਾ ਕੁ ਯੂਜ਼ ਕਰਨਾ ਚਾਹੀਦਾ? ਦੇਖੋ, ਮਿਨੀਮਮ ਯੂਜ਼ ਕਰਨਾ ਚਾਹੀਦਾ, ਕਿਉਂਕਿ ਇਟਸ ਲਾਈਕ ਐਡਿਕਸ਼ਨ ਹੀ ਹੋ ਗਈ ਹੈ। ਠੀਕ ਹੈ ਜੀ। ਤੇ ਘੱਟੋ ਘੱਟ ਯੂਜ਼ ਕਰੋ। ਜੇ ਯੂਜ਼ ਕਰਨਾ, ਜੇ ਤੁਸੀਂ ਪੜ੍ਹਾਈ ਵੀ ਕਰਨੀ ਆ, ਤੁਸੀਂ ਉਹਦੇ 'ਚ ਉਹਨੂੰ ਯੂਜ਼ ਕਰਨਾ। ਆਨਲਾਈਨ ਕਲਾਸਿਸ ਲੱਗਦੀਆਂ ਨੇ, ਆਨਲਾਈਨ ਕੰਮ ਕਰਦੇ ਹੋ। ਅੱਜ ਕੱਲ੍ਹ ਬੈਂਕਿੰਗ ਜੌਬ ਨੇ ਤੁਹਾਡੀਆਂ, ਜਿੰਨੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਉਹਨਾਂ ਦੇ ਸਾਰਾ ਕੰਪਿਊਟਰ 'ਤੇ ਕੰਮ ਹੋ ਰਿਹਾ ਵਾ। ਜੋ ਤੁਸੀਂ ਕੰਮ ਕਰ ਰਹੇ ਹੋ, ਹਰ ਅੱਧੇ ਘੰਟੇ ਬਾਅਦ 5-7 ਮਿੰਟ ਦੀ ਬ੍ਰੇਕ ਦਿਓ, ਤੇ ਉਹਦੇ ਨਾਲ ਤੁਹਾਨੂੰ ਜਿਹੜਾ ਸਾਡੀ ਦਵਾਈ ਦਾ ਅਸਰ ਕਾਫੀ ਜ਼ਿਆਦਾ ਹੁੰਦਾ। ਤੇ ਜਿੰਨਾ ਅੱਖਾਂ 'ਤੇ ਸਟ੍ਰੇਨ ਪਊਗਾ, ਉਹਨਾਂ ਦਿਮਾਗ 'ਤੇ ਬੋਝ ਪਊਗਾ। ਜਿੰਨਾ ਜ਼ਿਆਦਾ ਬੋਝ ਪਊਗਾ, ਉਨੀਆਂ ਅੱਖਾਂ ਆਪਾਂ ਜਲਦੀ ਖਰਾਬ ਹੋ। ਪੁਰਾਣੀ ਗੱਲਬਾਤ ਕਰ, ਰਿਸ਼ੀ ਮੁਨੀਆਂ ਵੀ ਕਾਫੀ ਆਯੁਰਵੈਦਿਕ ਤਰੀਕਾ ਲੋਕੀ ਜ਼ਿਆਦਾ ਦਵਾਈਆਂ ਖਾਂਦੇ ਤੇ ਤੰਦਰੁਸਤ ਰਹਿੰਦੇ ਸੀ ਲੋਕੀ। ਅੱਜ ਕੱਲ੍ਹ ਐਲੋਪੈਥੀ ਖਾਣ ਨਾਲ ਕਾਫੀ ਹੋਰ ਵੀ ਅਨੇਕਾਂ ਬਿਮਾਰੀਆਂ ਵੀ ਚਲੋ ਘੇਰ ਲੈਂਦੀਆਂ। ਕਿਸ ਤਰ੍ਹਾਂ ਦੇ ਤੁਸੀਂ ਦੇਖਦੇ ਹੋ ਵੀ ਕੀ ਸੰਭਾਲ ਆਮ ਇਨਸਾਨ ਨੂੰ ਅੱਖਾਂ ਬਾਰੇ ਕੀ ਸੰਭਾਲ ਔਰ ਕੀ ਉਪਾਅ ਹੋਣੇ ਚਾਹੀਦੇ? ਦੇਖੋ, ਜ਼ਿਆਦਾ ਤਾਂ ਹੁਣ ਸਾਡਾ ਪੈਸਟੀਸਾਈਡ ਹੀ ਚੱਲ ਰਿਹਾ ਜ਼ਿਆਦਾ। ਉਹ ਪੁਰਾਣੇ ਸਮਿਆਂ ਦੀਆਂ ਖੁਰਾਕਾਂ ਹੈ ਨਹੀਂ, ਪੁਰਾਣੇ ਸਮੇਂ ਦੇ ਸਿਸਟਮ ਹੈ ਨਹੀਂ। ਤੇ ਦੂਜੀ ਗੱਲ ਆ, ਸਾਡੀ ਥੋੜ੍ਹੀ ਜਿਹੀ ਦੌੜ ਹੈਗੀ ਆ ਜਲਦੀ ਠੀਕ ਹੋਣ ਦੀ। ਉਹਦੇ 'ਚ ਅਸੀਂ ਕਈ ਵਾਰੀ ਆਪਾਂ ਦਿੱਕਤਾਂ ਵੀ ਆ ਜਾਂਦੀਆਂ ਨੇ। ਆਯੁਰਵੈਦਿਕ ਤੋਂ ਜਿਹੜੇ ਸਾਡੇ ਰਿਸ਼ੀ ਮੁਨੀਆਂ ਨੇ ਜੋ ਕੁਛ ਕੀਤਾ ਸੀ ਤਿਆਰ, ਉਹਨੂੰ ਅਸੀਂ ਹੁਣ ਦੇਖੋ ਭਗਵਤ ਗੀਤਾ 'ਚੋਂ, ਰਾਮਾਇਣ 'ਚੋਂ ਐਡੇ ਪਵਿੱਤਰ ਗ੍ਰੰਥ ਨੇ ਸਾਡੇ। ਠੀਕ ਹੈ ਜੀ। ਗੁਰੂ ਗ੍ਰੰਥ ਸਾਹਿਬ ਹੈ, ਇਹ ਗੁਰੂਆਂ ਦੀਆਂ ਬਖਸ਼ਿਸ਼ਾਂ ਨੇ ਜਿਹੜੀਆਂ ਕਿ ਉਹਨਾਂ 'ਚੋਂ ਬਾਹਰਲੇ ਕੰਟਰੀਆਂ ਵਾਲਿਆਂ ਨੇ, ਜਾਪਾਨ ਵਾਲਿਆਂ ਨੇ ਹੋਮਿਓਪੈਥਿਕ ਆਜ਼ਾਦ ਕਰ ਲਈ, ਤਿਆਰ ਕਰ ਲਈ। ਬਹੁਤ ਦਵਾਈਆਂ ਤਿਆਰ ਕਰ ਲਈਆਂ। ਆਯੁਰਵੈਦਿਕ ਦੀਆਂ ਜੜੀਆਂ ਬੂਟੀਆਂ 'ਚ ਇੰਨੀ ਤਾਕਤ ਆ ਕਿ ਟਾਈਮ ਜ਼ਰੂਰ ਲੰਬਾ ਲੱਗਦਾ, ਲੇਕਿਨ ਉਹ ਇੱਕ ਵਾਰੀ ਠੀਕ ਹੋਣ ਤੋਂ ਬਾਅਦ ਵਨ ਟਾਈਮ ਟ੍ਰੀਟਮੈਂਟ ਨਾਲ ਬੰਦਾ ਸਹੀ ਹੋ ਜਾਂਦਾ? ਲੰਬਾ ਨਹੀਂ, ਨਾਟ ਵਨ ਟਾਈਮ ਟ੍ਰੀਟਮੈਂਟ। ਆਯੁਰਵੈਦਿਕ ਤਾਂ ਹਮੇਸ਼ਾ ਲੰਬਾ ਹੋਇਆ। ਓਕੇ। ਤੇ ਉਹ ਇੱਕ ਵਾਰੀ ਜਦੋਂ ਬੰਦਾ ਬਿਲਕੁਲ ਠੀਕ ਫਿੱਟ ਹੋ ਜਾਂਦਾ,
ਉਹ ਤੋਂ 10-15 ਸਾਲ ਕੋਈ ਲੋੜ ਨਹੀਂ ਪੈਂਦੀ ਅੱਖਾਂ ਦੇ ਵਾਸਤੇ ਕੋਈ ਟ੍ਰੀਟਮੈਂਟ ਕਰਾਉਣ ਦੀ। ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਐਸੇ ਨੇ ਕਿ ਜਿਹੜੇ 15-15 16-16 ਸਾਲ ਬਾਅਦ ਦੁਬਾਰਾ ਆ ਕੇ ਜਦੋਂ ਇੰਨਾ ਸਟੇਨ ਪੈਂਦਾ 15-16 ਸਾਲ ਬਾਅਦ ਕੋਈ ਮਾੜਾ ਮੋਟਾ ਜੋ ਕੰਮ ਕਰਦੇ ਨੇ ਤੇ ਉਹਦੇ ਨਾਲ ਉਹ ਆ ਕੇ ਦੱਸਦੇ ਵੀ ਅਸੀਂ 15 ਸਾਲ ਬਾਅਦ ਆਏ ਹਾਂ, ਅਸੀਂ 13 ਸਾਲ ਬਾਅਦ ਆਏ ਹਾਂ, ਅਸੀਂ ਠੀਕ ਹੋ ਕੇ ਗਏ ਸੀ। ਕੋਈ ਇੱਦਾਂ ਦਾ ਕੋਈ ਪੇਸ਼ੈਂਟ ਆਇਆ ਜਿਹਨੂੰ ਜਿਸਨੇ ਮਹਿੰਗਾ ਇਲਾਜ ਕਰਾਇਆ ਹੋਵੇ, ਚਾਹੇ ਮੋਤੀਆਬਿੰਦ ਹੋਵੇ, ਕੋਈ ਇਸ ਤਰ੍ਹਾਂ ਹੋ ਗਈ ਨਜ਼ਰ ਦ੍ਰਿਸ਼ਟੀ ਦਾ ਕੋਈ ਇੱਦਾਂ ਦਾ ਹੋਵੇ ਜਾਂ ਨਜ਼ਰ ਦੋਸ਼ ਇੱਦਾਂ ਦੀ ਹੋਈ ਹੋਵੇ, ਲੇਕਿਨ ਉਹਨੂੰ ਉੱਥੇ ਆਰਾਮ ਨਾ ਆਏ, ਲੇਕਿਨ ਤੁਹਾਡੇ ਕੋਲ ਦੁਬਾਰਾ ਆਇਆ ਹੋਵੇ? ਸਾਡੇ ਕੋਲ ਸੈਂਕੜੇ ਪੇਸ਼ੈਂਟ ਐਸੇ ਨੇ ਜਿਹੜੇ ਦੁਬਾਰਾ ਆਉਂਦੇ ਨੇ, ਜਿੱਥੋਂ ਡਾਕਟਰਾਂ ਨੇ ਜਵਾਬ ਦਿੱਤੇ ਹੋਏ ਹੁੰਦੇ ਨੇ ਉੱਥੋਂ ਵੀ ਸਾਡੇ ਕੋਲ ਠੀਕ ਹੋ ਕੇ ਵੀ ਗਏ ਨੇ। ਸੈਂਕੜੇ ਕੀ ਕਹਿ ਸਕਦੇ, ਹਜ਼ਾਰਾਂ ਕਹਿ ਸਕਦੇ ਹਾਂ, ਠੀਕ ਹੈ ਜੀ। ਇਸ ਕਰਕੇ ਬਾਰ-ਬਾਰ ਆਉਂਦੇ ਨੇ ਤੇ ਉਹ ਸਾਡੀ ਕੋਈ ਐਡਵਰਟਾਈਜ਼ਮੈਂਟ ਨਹੀਂ, ਸਾਡੇ ਕੁਛ ਨਹੀਂ, ਮਾਊਥ ਟੂ ਮਾਊਥ ਇੱਕ ਦੂਜੇ ਨੂੰ ਭੇਜਦੇ ਨੇ, ਲੋਕ ਆਉਂਦੇ ਨੇ। ਤੁਸੀਂ ਐਡਵਰਟਾਈਜ਼ਮੈਂਟ ਦੀ ਗੱਲ ਕੀਤੀ, ਕੋਈ ਤੁਹਾਡੀ ਐਡਵਰਟਾਈਜ਼ਮੈਂਟ ਨਹੀਂ ਹੈ, ਅਸੀਂ ਵੀ ਜਾਣਦੇ ਤੁਹਾਡੀ ਕੋਈ ਇੱਥੇ ਪਬਲਿਸਿਟੀ ਨਹੀਂ ਹੈਗੀ, ਕੋਈ ਤੁਹਾਡਾ ਹੋਰਡਿੰਗ ਵਗੈਰਾ ਨਹੀਂ ਹੈ। ਫਿਰ ਤੁਸੀਂ ਕੀ ਚਾਰਜਸ, ਜਿੱਥੇ ਪੇਸ਼ੈਂਟ ਆਉਂਦਾ, ਮਰੀਜ਼ ਆਉਂਦਾ ਹੈ, ਔਰ ਤੁਸੀਂ ਕੀ ਚਾਰਜਸ ਲਾਉਂਦੇ? ਅਸੀਂ ਹਲਕੇ ਚਾਰਜਸ ਕਰਦੇ ਹਾਂ, 3 ਮਹੀਨਿਆਂ ਦੇ, ਬਹੁਤ ਜ਼ਿਆਦਾ ਲੰਬੇ ਚੌੜੇ ਨਹੀਂ ਹੁੰਦੇ, ਕਿਉਂਕਿ ਦਵਾਈ ਦੇ ਅਸੀਂ ਥੋੜ੍ਹਾ ਜਿਹਾ ਇਸ ਕਰਕੇ ਚਾਰਜ ਕਰਦੇ ਹਾਂ ਕਿ ਥੋੜ੍ਹੀ ਸੇਵਾ ਵੀ ਪੈ ਜਾਂਦੀ ਹੈ। ਹਰ ਇਨਸਾਨ ਇਸੇ ਤੋਂ ਦਵਾਈਆਂ ਬਣਦੀਆਂ ਨੇ, ਜਿਹੜੇ ਵੀ ਤੁਹਾਡੇ ਤੋਂ ਅਸੀਂ ਚਾਰਜਸ ਲੈਂਦੇ ਹਾਂ ਉਹ ਅਸੀਂ ਉਹ ਸੇਵਾ 'ਚ ਪਾ ਦਿੰਦੇ ਹਾਂ, ਤਾਂ ਕਿ ਕਿਸੇ ਨਾ ਕਿਸੇ ਬਹੁਤ ਅੱਛੀਆਂ ਰੂਹਾਂ ਆਉਂਦੀਆਂ ਨੇ, ਜਿਹੜੇ ਉਹ ਰੂਹਾਂ ਦਾ ਜੋ ਉਹ ਆਪਦੇ ਤਿਲ ਫੁੱਲ ਦੇ ਕੇ ਜਾਂਦੇ ਨੇ, ਜੋ ਆਪਦਾ ਉਹ ਦਸਵੰਧ ਕੱਢ ਕੇ ਆਉਂਦੇ, ਜੋ ਆਪਦਾ ਉਹ ਦੇ ਕੇ ਜਾਂਦੇ ਨੇ, ਉਹ ਦਵਾਈਆਂ 'ਚ ਪੈ ਜਾਂਦਾ। ਉਹ ਇੱਕ ਨਾਲ ਲੱਖਾਂ ਲੋਕ ਧਰ ਜਾਂਦੇ ਨੇ, ਚਾਹੇ ਉਹਨਾਂ ਦੇ ਜਿੰਨੇ ਵੀ ਪੈਸੇ ਪੈਂਦੇ ਨੇ ਵਿੱਚ ਦਵਾਈਆਂ 'ਚ, ਉਹ ਇੱਕ ਨਾਲ ਲੱਖਾਂ ਲੋਕਾਂ ਨੂੰ ਉਹਦਾ ਫਾਇਦਾ। ਕੋਈ ਮਰੀਜ਼ ਆਉਂਦਾ ਦਿਖਾਉਣ ਦੇ ਕੋਈ ਚਾਰਜਸ ਤਾਂ ਨਹੀਂ? ਕੋਈ ਸਾਡਾ ਕੋਈ ਚਾਰਜ ਨਹੀਂ ਜੀ, ਸਿਰਫ ਅਸੀਂ ਮੈਡੀਸਨ ਦੇ ਹਲਕੇ ਫੁਲਕੇ ਚਾਰਜਸ ਲੈਂਦੇ ਹਾਂ, ਬਹੁਤ ਥੋੜ੍ਹੇ, ਤੇ ਉਹ ਕੋਈ ਸਾਡਾ ਚਾਰਜ। ਠੀਕ ਹੈ, ਧੰਨਵਾਦ ਜੀ। ਸੋ ਡਾਕਟਰ ਭੁਪਿੰਦਰ ਸਿੰਘ ਜੀ ਹੈ, ਜਿਹੜੇ ਇੱਥੇ ਉਹ ਮਰੀਜ਼ ਜਿਹੜੇ ਪੰਜਾਬ ਤੋਂ ਇਲਾਵਾ ਬਿਹਾਰ, ਯੂਪੀ ਤੋਂ ਤੇ ਅਲੱਗ-ਅਲੱਗ ਜਿਹੜੇ ਸਟੇਟਾਂ ਤੋਂ ਇੱਥੇ ਆ ਕੇ ਆਪਣੀ ਅੱਖਾਂ ਦਾ ਇਲਾਜ ਕਰਾਉਂਦੇ ਆ। ਨਜ਼ਰ ਦ੍ਰਿਸ਼ਟੀ ਦੀ ਗੱਲ ਕੀਤੀ ਤੇ ਉੱਥੇ ਕਾਫੀ ਪੇਸ਼ੈਂਟ ਬੈਠੇ ਆ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਤੁਸੀਂ ਦੇਖ ਸਕਦੇ ਹੋ, ਤੁਸੀਂ ਇਸ ਟਾਈਮ ਡਾਕਟਰ ਸਾਹਿਬ ਖੁਦ ਨੇ ਦਵਾਈ ਪਾਈ ਹੋਈ ਹੈ, ਤੇ ਦਵਾਈ ਪਾਉਣ ਤੋਂ ਬਾਅਦ ਜਿਹੜਾ ਇਹਨਾਂ ਨੂੰ 15-20 ਮਿੰਟ ਦਾ ਇੱਥੇ ਇਸ ਤਰ੍ਹਾਂ ਦੀ ਥੋੜ੍ਹਾ ਆਰਾਮ ਵਾਸਤੇ ਬਿਠਾਇਆ ਜਾਂਦਾ, ਤੇ ਉਸ ਤੋਂ ਬਾਅਦ ਇੱਕ ਦਵਾਈ ਫਿਰ ਦੁਬਾਰਾ ਇਹਨਾਂ ਦੀ ਅੱਖਾਂ 'ਚ ਪਾਈ ਜਾਂਦੀ ਹੈ। ਕਹਾਂ ਸੇ ਆਏ ਹੋ? हम अमृतसर से आए हैं। ਅੰਮ੍ਰਿਤਸਰ ਤੋਂ ਆਏ ਹੋ? हाँ जी। ਅੱਗੇ ਤੁਸੀਂ ਆਏ ਪਹਿਲਾਂ ਕਿ ਪਹਿਲੀ ਵਾਰੀ? नहीं पहली बारी आए ਕੀ हैं। ਪ੍ਰੋਬਲਮ ਸੀ? ਅੱਖ ਦੇ ਵਿੱਚ ਇਹਨਾਂ ਦੇ ਪ੍ਰੋਬਲਮ ਪਈ ਸੀ, ਤਾਂ ਕਰਕੇ ਹੋਇਆ ਸੀ? ਅੱਖ ਦੇ ਵਿੱਚ ਰੇਸ਼ਾ ਪੈ ਗਿਆ ਹੈਗਾ। ਅੱਛਾ ਜੀ, ਤੇ ਤੁਸੀਂ ਡਾਕਟਰ ਨੂੰ ਦਿਖਾਇਆ? ਡਾਕਟਰ ਮਾਂ ਬਹੁਤ ਜ਼ਿਆਦਾ ਡਾਕਟਰਾਂ ਨੂੰ ਓਮ ਪ੍ਰਕਾਸ਼ ਵੀ ਹੈਗੇ ਆ ਉੱਥੇ, ਪ੍ਰਕਾਸ਼ ਨੇ ਤਾਂ ਲਿਆ, ਦਲਜੀਤ ਸਿੰਘ ਆਇਆ ਜਿਹੜਾ ਵਾਲਾ ਗੇਟ ਤੋਂ। ਹਾਂਜੀ ਹਾਂਜੀ, ਨਹੀਂ ਕੋਈ ਪ੍ਰੋਬਲਮ ਸੋਲਵ ਹੋਈ। ਇੱਥੇ ਆਏ ਆ ਤੇ ਇੱਥੇ ਪ੍ਰੋਬਲਮ ਆਉਂਦੇ ਵੀ ਸੋਲਵ ਹੋ ਜੂਗੀ ਤੁਹਾਡੀ। ਹਾਂਜੀ ਹਾਂਜੀ, ਮਤਲਬ ਮਨ ਚਾਹਣ ਸੀ ਵੀ ਇੱਥੇ ਇਲਾਜ ਸਹੀ ਹੁੰਦਾ ਤੇ ਇੱਥੇ ਆ ਗਏ। ਹਾਂਜੀ ਹਾਂਜੀ, ਸਹੀ ਹੁੰਦਾ ਵਾ। ਹਾਂ, ਸੋ ਅੰਮ੍ਰਿਤਸਰ ਤੋਂ ਵੀ ਇੱਥੇ ਕੋਈ ਮਰੀਜ਼ ਆਏ ਸੀ, ਕਾਫੀ ਮਸ਼ਹੂਰ ਉੱਥੇ ਡਾਕਟਰ ਜਿਹੜੇ ਪਦਮ ਭੂਸ਼ਣ ਨਾਲ ਵੀ ਨਵਾਜੇ ਗਏ ਆ। ਡਾਕਟਰ ਦਲਜੀਤ ਸਿੰਘ ਜਿਹੜੇ ਇਸ ਟਾਈਮ ਸਵਰਗਵਾਸ ਹੋ ਚੁੱਕਾ, ਲੇਕਿਨ ਉੱਥੋਂ ਇਲਾਜ ਕਰਾਉਣ ਤੋਂ ਬਾਅਦ ਅਸਰ ਨਹੀਂ ਹੋਇਆ, ਚਾਹੇ ਇੱਥੇ ਲੁਧਿਆਣੇ ਇੱਥੇ ਪਹੁੰਚੇ ਆ, ਤੇ ਹੋਰ ਵੀ ਹੈ। ਸਾਈ ਕਿਸ ਤਰ੍ਹਾਂ ਆਏ ਸੀ ਤੁਸੀਂ? ਅਸੀਂ ਜੰਮੂ ਤੋਂ ਆਏ ਜੀ। ਅੱਖਾਂ ਦੀ ਅੱਖ ਨੂੰ ਥੋੜਾ ਦਿਖਾਈ ਘੱਟ ਦਿੰਦਾ ਸੀ ਇੱਕ ਸਾਈਡ। ਅੱਛਾ, ਘੱਟ ਦਿਖਾਈ ਦਿੰਦਾ ਸੀ, ਦੂਰ ਦਾ ਕਿ ਵੈਸੇ? ਨਹੀਂ, ਵੈਸੇ ਹੀ ਇਸ਼ੂ ਦੀ ਘੱਟ ਸੀ। ਫਿਰ ਇਹ ਤੁਸੀਂ ਪਹਿਲੀ ਵਾਰੀ ਆਏ ਇੱਥੇ? ਹਾਂ, ਪਹਿਲੀ ਵਾਰ ਹੈ, ਫਸਟ ਟਾਈਮ। ਤੁਹਾਨੂੰ ਕਿੱਦਾਂ ਪਤਾ ਲੱਗਾ ਇੱਥੇ ਆਉਣ ਦਾ? ਸਾਨੂੰ ਫੇਸਬੁੱਕ ਤੇ ਦੇਖਿਆ ਦਿਨ ਸਵੇਰਾ ਤੇ ਤੁਹਾਡੇ। ਫਿਰ ਕਿਸ ਤਰ੍ਹਾਂ ਦੇਖਦੇ ਵੀ ਪਰ ਇੱਥੇ ਤਾਂ ਹਾਂ, ਅੱਛਾ ਲੱਗਿਆ ਡਾਕਟਰ ਸਾਹਿਬ, ਫਰਕ ਪੈ ਜਾਏਗਾ। ਤਾਂ ਤੁਸੀਂ ਦੇਖ ਸਕਦੇ ਹੋ ਜੰਮੂ ਤੋਂ ਅਲੱਗ-ਅਲੱਗ ਜਗ੍ਹਾ ਤੋਂ ਇੱਥੇ ਆਏ, ਤੁਸੀਂ ਆਹ ਦੇਖ ਸਕਦੇ ਹੋ ਤਸਵੀਰਾਂ, ਜਿਨ੍ਹਾਂ ਦੇ ਨੌਜਵਾਨ ਵੀ ਵਿੱਚ ਬੈਠੇ ਆ ਬੰਦੇ, ਕਿਉਂਕਿ ਇੱਕ ਨਜ਼ਰ ਹੀ ਕਹਿੰਦੇ ਦੰਦ ਗਏ ਸਵਾਦ ਗਿਆ, ਨਜ਼ਰ ਗਈ ਤਾਂ ਜਹਾਨ ਗਿਆ, ਤੇ ਬਿਲਕੁਲ ਕਹਾਵਤਾਂ ਸੱਚ ਬੈਠਦੀਆਂ, ਕਿਉਂਕਿ ਨਜ਼ਰ ਇੱਦਾਂ ਦੀ ਚੀਜ਼ ਹੈ, ਕਿਉਂਕਿ ਨਜ਼ਰ ਨੂੰ ਅੱਖਾਂ ਦੀ ਰੋਸ਼ਨੀ ਨੂੰ ਬਚਾਉਣਾ ਬਹੁਤ ਹੀ ਲਾਜ਼ਮੀ ਹੈ। ਔਰ ਕਿਉਂਕਿ ਜਦੋਂ ਵੀ ਅਸੀਂ ਬਾਈਕ ਚਲਾਉਂਦੇ ਹਾਂ ਜਾਂ ਜਾਂਦੇ ਸਾਡੇ ਅੱਖਾਂ ਦੇ ਵਿੱਚ ਮਿੱਟੀ ਪੈਣੀ ਆ, ਰੜਕਪਨ ਆ ਜਾਣਾ, ਤੇ ਉਹ ਕਦੀ ਕਿਸੇ ਨਾ ਕਿਤੇ ਨੁਕਸਾਨ ਵੀ ਅੱਖਾਂ ਨੂੰ ਕਰਦਾ ਹੈ। ਕਿੱਥੋਂ ਆਏ ਤੁਸੀਂ? मैं 2 महीने पहले दवाई लेके गया था, कहाँ और से आए आप? मैं रोहतक से, रोहतक से आए। और मेरा भी मेडिकल था 22 तारीख को। मेरी आँख थी वो 0.75 का चश्मा था, और 6/18 की आँखें थी। अब मेरी 6/6 की आँखें हो गई। इस दवाई से बहुत ज़्यादा फ़र्क हुआ और मेरा मेडिकल क्लियर हो गया। मेडिकल आप क्या पुलिस डिपार्टमेंट का? मैं पुलिस डिपार्टमेंट में हूँ फ़िलहाल। हरियाणा
क्या हरियाणा पुलिस में हो आप? दिल्ली पुलिस में। दिल्ली पुलिस में। और अभी दिल्ली पुलिस सब इंस्पेक्टर का मेरा वो मेडिकल था 22 तारीख को। अच्छा, वो medical clear हो गया। क्लियर हो गया अब इस दवाई के डालने से। इस दवाई के डालने से। तो दिल्ली से आप इतने बड़े डॉक्टर बैठे वहाँ, टाटा वाले इतने बड़े बड़े हॉस्पिटल हैं, तो वहाँ पर दिखाया था आपने हरियाणा में इतने बड़े बड़े? मैंने वहाँ दिखाया, मेरा CGHS कार्ड है, उनके थ्रू मैंने दिखाया, तो उन्होंने सब ने कहा कि लेसिक करवा लो। वो तो कोई ट्रीटमेंट लास्ट है, पर मुझे एक मेरे फ्रेंड ने बताया जो ऑलरेडी यहाँ की दवाई यूज़ कर चुका था, उसका 1.5 नंबर का चश्मा था और अब बिल्कुल कोई चश्मा नहीं है इस दवाई की। फिर मैंने यहाँ आया, सिर्फ 2 महीने में मुझे इतना आराम हुआ। मतलब महंगे महंगे इलाज से बच के यहाँ पर ठीक बच है। गए, आंखों को मतलब एक अब अलग सी खुशी मिल रही है कि एक तो मेडिकल हो गया, दूसरा आंखें ठीक हो गई, इससे अच्छी सेवा करने का मौका मिलेगा। मौका मिल गया। ਸੋ ਦੇਖਦੇ ਦਿੱਲੀ ਪੁਲਿਸ ਵੀ ਜਿਹੜੇ ਇੱਥੇ ਸ਼ਖਸ ਆਏ, ਨੌਜਵਾਨ ਆਏ ਆ, ਕਾਫੀ ਜਗ੍ਹਾ ਇਲਾਜ ਕਰਾਇਆ ਲੇਕਿਨ ਅਸਰ ਨਹੀਂ ਹੋਇਆ। ਤੇ ਆਖਿਰਕਾਰ ਜਦੋਂ ਇਹਨਾਂ ਨੂੰ ਪਤਾ ਲੱਗਾ ਲੁਧਿਆਣਾ ਦੇ ਇਸ ਡਾਕਟਰ ਵੈਦ ਦਾ, ਤੇ ਇੱਥੇ ਸਪੈਸ਼ਲ ਤੇ ਪਹੁੰਚਿਆ ਤੇ ਆਪਣਾ ਇਲਾਜ ਕਰਾਇਆ ਤੇ ਕਾਫੀ ਫਰਕ ਪਿਆ ਤੇ ਮੈਡੀਕਲ ਕਲੀਅਰ ਹੋ ਗਿਆ। ਇੱਕ ਬਹੁਤ ਇੱਕ ਇਹ ਵੀ ਕਾਬਲੇ ਤਾਰੀਫ ਹੈ ਵੀ ਮੈਡੀਕਲ ਕਲੀਅਰ ਹੋਏ ਨਾ, ਇਹ ਵੀ ਇੱਕ ਨੌਕਰੀ ਵਾਸਤੇ ਬਹੁਤ ਅੱਛੀ ਇਹਨਾਂ ਦਾ ਜਿਹੜਾ ਫਾਇਦਾ ਹੋ ਗਿਆ। कितों आए तुम जी? राजस्थान से आए जी। अच्छा जी। अपनी मैं ये आपसे ये जानना चाह रहा हूँ, इससे पहले भी आपने इंटरव्यू किया है क्या यहाँ का? यहाँ में पहले किया था। किया था। तो आपको मालूम है यहाँ का रिजल्ट कैसा आ रहा? आपको तो करीब करीब मालूम आप है। आप भी थोड़ा हमने तो देखो फर्स्ट टाइम में डलाया अभी। first time आया। और क्या 2-3 बंदे यहाँ से डलवा के गए थे, तो उनका रिजल्ट बढ़िया रहा उनके हिसाब से। तो उस हिसाब से हमने भी यहाँ आने की हिम्मत करी है भाई, चलो देखते हैं क्या होता है। हाँ, थोड़ा खर्चा तो होता है लेकिन ये मालूम चलेगा भाई कैसा क्या है। तो मैं आपसे भी ये जानना चाह रहे हैं कि कि राजस्थान से आप आए, आपको पता चलता भी यहाँ पर आए हो, किसी ने अगर उनको असर हुआ तभी आप उनको देख कर आए। इसीलिए उन बता रहे हैं 3-4 बंदे हैं उनके असर हुआ था, उन्होंने जैसे आप बताया। रश देख रहे हो लोग, जैसे मेरे पास अभी आपके सामने यहाँ जैसे मेरे साहब वो दिल्ली पुलिस से वो अभी जवान थे, उन्होंने बताया भी काफ़ी मुझे फ़ायदा हुआ, मेरा मेडिकल क्लियर हो गया। क्योंकि हमने वो चीज़ दिखानी है जो साक्षात दो सही चीज़ हम पब्लिक को दिखानी है भी क्या यहाँ पर दवाई का असर मरीजों को होता कि नहीं होता। जैसे आप लोग दूर दूर से आ रहे हो, क्या फ़र्क पड़ रहा है? आप भी आए हो? देखो अभी तो हमारे तो डाली है फर्स्ट टाइम में। किसको प्रॉब्लम थी? आप ये हम तो ये बच्चे को प्रॉब्लम है, तो चश्मा लगा हुआ है इसके। लगा था। हाँ, अभी से नज़दीक दूर का दोनों का चश्मा लगा हुआ है। अब मेन जो मेहनत की है इनकी वजह से की है, और इनके हमारे ये जीजा जी इनके क्या है ऑपरेशन वगैरह ये हो नहीं पाता, तो उन्होंने कहा आप वहाँ पे दिखाओ, बगैर दवाई से मतलब बगैर ऑपरेशन के काम हो जाएगा ये। तो उस हिसाब से इनका ये हम कैसा लग रहा है? बिना ऑपरेशन के लग रहा है जैसे आपने अभी मौके पर देखे हैं, अभी लोग काफ़ी दूर दूर से आ रहे हैं और लगता है भी आपको यहाँ पर दवाई का असर होगा। देखो सर, इंशाल्लाह देखो आज गले हैं, मालूम पड़ेगा बाद में, आज जल्द देखे कीजिए सर जी। एक 85-90 साल लोग आदमी है, वहाँ आंख लाल है, उनकी ला सकते हैं क्या? एज ज़्यादा है उनकी। ये बोल रहे हैं 85-90 के आसपास है, उनकी आंखें लाल रहती है, उनको लेके आ सकते हैं क्या ये? हाँ, जहाँ मर्जी देखो, ये आप डॉक्टर साहब से पूछो भी क्या ये ऐसी है उनकी, कैसे लाना, वो तो आपको लाने की आपका जो घर का मरीज है। हाँ, भाई जैसे आप यहाँ पर आए हो, आपको लग रहा भी जैसे लोग दूर दूर से आ रहे हैं, भी दवाई का असर तभी आ रहा है। वो तो मान लो क्या पूरा स्टेट से अलग अलग स्टेट से यहाँ पे आदमी इकट्ठे हुए हैं। हाँ, वो फ़ोन के तसल्ली है भाई, दिल्ली यूपी पंजाब वाला हर जगह से, राजस्थान लोकल ही है। ਸੋ ਜਿਹੜੇ ਦਿੱਲੀ, ਰਾਜਸਥਾਨ ਅਤੇ ਹੋਰ ਵੀ ਜਿਹੜੇ ਤੁਹਾਨੂੰ ਦੱਸਿਆ ਸੀ ਜ਼ਿਲ੍ਹਿਆਂ ਤੋਂ ਲੋਕ ਇੱਥੇ ਆ ਕੇ ਅੱਖਾਂ ਦਾ ਇਲਾਜ ਕਰਾਉਣ ਵਾਸਤੇ ਆਉਂਦੇ ਆ। ਮਹਿੰਗੇ ਇਲਾਜਾਂ ਤੋਂ ਜਿਹੜਾ ਕਾਫੀ ਥੱਕ ਚੁੱਕੇ ਸੀ ਜਾਂ ਅਸਮਰਥ ਸੀ, ਉਹ ਵੀ ਲੋਕ ਇੱਥੇ ਆ ਕੇ ਆਪਣਾ ਇਲਾਜ ਕਰਾਉਂਦੇ, ਚਾਹੇ ਉਹ ਬੱਚਾ ਹੋਵੇ, ਜਵਾਨ ਹੋਵੇ, ਚਾਹੇ ਬਜ਼ੁਰਗ ਹੋਵੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਦੁਆਰਾ। ਦੇਖੋ ਮਹਿਲਾਵਾਂ ਦੀ ਗੱਲ ਕੀਤੀ ਜਾਂਦੀ, ਮਹਿਲਾਵਾਂ 'ਚ ਵੀ ਜਿਹੜੀ ਅੱਜ ਕੱਲ੍ਹ ਜਿਹੜਾ ਇੱਥੇ ਪ੍ਰੋਬਲਮ ਆਉਂਦੀ ਹੈ ਤੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕਿਸ ਤਰ੍ਹਾਂ ਦੀ। ਕੀ ਤੁਹਾਨੂੰ ਪ੍ਰੋਬਲਮ ਸੀ ਜੀ? ਡਰਾਈਨੈਸ ਸੀ, ਨਿਗਾਹ ਤੇ ਐਨਕ ਲੱਗੀ ਹੋਈ ਸੀ। ਕਿ ਪਹਿਲੀ ਵਾਰੀ ਆਏ ਹੋ ਕਿ ਅੱਗੇ ਵੀ ਆਏ ਹੋ? ਪਹਿਲੀ ਵਾਰੀ ਆਈ। ਤੇ ਦਵਾਈ ਤੁਹਾਡੇ ਪਾਤੀ ਹੈ, ਕੁਝ ਫਰਕ ਮਹਿਸੂਸ ਹੋਇਆ? ਲੱਗਦਾ ਤਾਂ ਹੈਗਾ। ਤੁਸੀਂ ਪਹਿਲੀ ਵਾਰੀ ਆਏ ਹੋ? ਹਾਂਜੀ, ਫਸਟ ਟਾਈਮ। ਕੁਝ ਮਹਿਸੂਸ ਹੋਇਆ? ਕੀ ਪ੍ਰੋਬਲਮ, ਕੀ ਪ੍ਰੋਬਲਮ ਸੀ? ਆਈਸਾਈਟ ਵੀਕ ਬਸ। ਆਈਸਾਈਟ ਦੀ ਨਜ਼ਦੀਕ ਦੀ ਕਿ ਦੂਰ ਦੀ? ਨਜ਼ਦੀਕ ਦੀ। ਨਜ਼ਦੀਕ ਦੀ। ਹਾਂਜੀ ਤੇ ਅੱਗੇ ਤੁਸੀਂ ਚਸ਼ਮਾ ਲਗਾਉਂਦੇ ਹੋ, ਹਾਂਜੀ ਤੇ ਤੁਹਾਨੂੰ ਲੱਗਾ ਵੀ ਇੱਥੇ ਅਸਰ ਹੋ ਜਾਊਗਾ? ਹਾਂਜੀ ਹਾਂਜੀ ਲੱਗਦਾ। ਸੋ ਇਹ ਦੂਰ ਦੂਰ ਤੋਂ ਜਿਹੜੇ ਮਹਿਲਾਵਾਂ ਵੀ ਆਈਆਂ, ਕਈ ਪਹਿਲੀ ਵਾਰੀ ਆ ਰਹੇ ਇੱਥੇ ਇਲਾਜ ਕਰਾਉਣ ਵਾਸਤੇ, ਕਿਉਂਕਿ ਪਤਾ ਲੱਗਦਾ ਹੈ ਤੇ ਗੱਲਬਾਤ ਕਰਦੇ हैं। क्या प्रॉब्लम थी आपको? मुझे ऐसा कोई मेजर इशू नहीं था, मेरी मेडिकल है, तो दोनों आई की विज़न हमारी 6/6 होना चाहिए, तो एक 6/6 है, एक 6/12 है, तो मैं क्या उसको करते हो आप? रेलवे में मेरा जॉब हुआ है, तो उसमें मेडिकल है मेरा।
ਸੋ ਤੁਹਾਨੂੰ ਦੱਸ ਦਈਏ ਕਿ ਚਾਹੇ ਉਹ ਕਿਸੇ ਤਰ੍ਹਾਂ ਦਾ ਕਿਸੇ ਵੀ ਸਰਕਾਰੀ ਅਦਾਰੇ ਦਾ ਮੁਲਾਜ਼ਮ ਕਿਉਂ ਨਾ, ਤੁਹਾਨੂੰ ਪਹਿਲਾਂ ਅਸੀਂ ਗੱਲ ਕਰਵਾਈ ਹੈ ਦਿੱਲੀ ਪੁਲਿਸ ਦੇ ਉਸ ਜਵਾਨ ਨਾਲ ਜਿਹਨੇ ਆਪਣਾ ਇੱਥੋਂ ਇਲਾਜ ਕਰਾ ਕੇ ਆਪਣਾ ਟੈਸਟ ਕਲੀਅਰ ਕੀਤਾ। ਤਾਂ ਇੱਕ ਹੋਰ ਰੇਲਵੇ ਦੇ ਜਿਹੜੇ ਆਪਣੇ ਅਪਲਾਈ ਕੀਤਾ ਹੁੰਦਾ ਜੋਬ ਵਾਸਤੇ, ਤਾਂ ਉਹਨਾਂ ਇੱਕ ਟੈਸਟ ਹੁੰਦੇ ਆ ਤੇ ਉਹ ਨਜ਼ਰ ਦੋਸ਼ ਦੀ ਗੱਲ ਕੀਤੀ ਜਾਂਦੀ, ਚਾਹੇ ਨੇੜੇ ਜਾਂ ਦੂਰ ਦੀ ਹੋਵੇ। ਤਾਂ ਰੇਲਵੇ ਵਿੱਚ ਇੱਕ ਸਪੈਸ਼ਲ ਇਹ ਬਹੁਤ ਸਖਤ ਹਿਦਾਇਤਾਂ ਹੁੰਦੀਆਂ ਜਾਂ ਟੈਸਟ ਹੁੰਦਾ ਜਿਹੜਾ ਨਜ਼ਰ ਦੋਸ਼ ਦਾ, ਚਾਹੇ ਉਹ ਨੇੜੇ ਜਾਂ ਦੂਰ ਦੀ ਹੋਵੇ, ਉਹਦੇ ਵਾਸਤੇ नज़र का जोड़ा टेस्ट बहुत लाजमी होता। तो ये मेरे को महिलाएं कहाँ से आए हो? मैं झारखंड से हूँ। कैसे पता चला आपको? मुझे जब मैंने मेडिकल देने गया थे तो आई हैव मेरी वहाँ एक फ्रेंडशिप हुआ था राजस्थान का, तो उन्होंने बताया कि इधर दवाइयाँ डलती है तो जिनसे आंखों की करेक्शन हो जाती है मेडिकल के लिए। तो बिफोर 10 डेज़ मेडिकल ये ड्रॉप डालने से मेडिकल क्लियर हो जाता है। जैसे आपको यहाँ इतना रश दिखाई दे रहा है, लगता है आपको असर होगा और सही हो जाएगा? अब ये तो मुझे लगता है लग पे है, क्योंकि ये दवाइयाँ अलग अलग आंखों पे अलग अलग तरीक़े से करी। जैसे मुझे कुछ ऐसा मेजर इशू है नहीं, बट वो हमारा क्राइटेरिया है ना कि पायलट में आपको 6/6 ही होना चाहिए। तो एक तो 6/6 है और एक 6/12 हो चुकी है। तो अब वो 6/6 हो गई या नहीं मुझे नहीं पता, बट मैं आ गई हूँ, बाबा की कृपा रही तो हो गई। विश्वास था भी यहाँ? हाँ, विश्वास से मैंने इधर आया। कितों आए तुसी? बुलंदशहर यूपी। यूपी से आए हो, कैसे पता चला यहाँ? हमारे वहाँ पे डलवाई थी किसी ने, जो हमारे डिस्पो थे, उन्होंने बताया था। तो पहली बार आए आप यहाँ? नहीं, मैं 1 साल से आ रही हूँ। 1 साल से आ रहे हो, तो फ़र्क पड़ा आपको दवाई? हाँ, 1 नंबर कम हो गया है मेरा। 1 नंबर कम हो गया। क्या लगता है आपको आने वाले समय बिल्कुल नज़र आपकी बिल्कुल सही होगी दवाइयों से? होप सो, उम्मीद है। असर हो रहा है? असर हो रहा है। किसी और को बताया आपने यहाँ पर दवाई मिलती कि अभी आप ही इलाज करा रहे हैं? अभी तो हम करा रहे हैं, हमारे उधर से बहुत लोग आते हैं, उन्होंने हमें बताया था। ओके ओके। तो यहाँ का रश दिखा पता चलता भी लोगों का काफ़ी यहाँ पर विश्वास है दवाई का, और लोगों का आई साइट काफ़ी ठीक हो रही है। हाँ, यही सुना है मैंने भी, इसीलिए आगे इसीलिए डलवा रहे हैं कि मेरा नंबर 4.5 है, लेकिन पहले से काफ़ी ठीक लग रहा है। पहले 4.5 था, अब कम हो गया? अब कम हो गया है। कम हो गया, असर हुआ दवाई का। यूपी की गल की यूपी राजस्थान बिहार तो जो लोग इतने आते हैं, पंजाब के अलग जम्मू तो भी जिदा आए, जम्मू कश्मीर तो भी लोग इतने आ रहे। यही कारण है कि दवाई का इतने असर हो रहा, लोग इतने बार बार दोबारा से आते हैं, क्योंकि नज़र को बचाना एक हर इंसान वास्ते एक बहुत लाजमी है। क्योंकि बार बार गल की है, दंद गए तो स्वाद गया, नज़र गई तो जहान गया। तो बच्चे भी है, क्योंकि अजकल जी टैक्नोलॉजी चल रही है, मोबाइल इंटरनेट जो बड़ा एडवांस युग चल रहा है, मोबाइल का ਵੱਧ ਤੋਂ ਵੱਧ स्कूल के यूज़ किया जाता है। मोबाइल ना भी जो बच्चों की आई साइट काफ़ी खराब होती है, थोड़ी वीक भी हो जाती है। कहाँ से आए बेटा आप? दिल्ली। दिल्ली से आए हो, तो पहले कहीं इलाज कराया था आपने? नहीं कराया? कराया था। चश्मा लगा था आपको? हाँ। मोबाइल ज़्यादा यूज़ करते हो इसलिए लगा चश्मा? नहीं, हमारी आइज बाय बर्थ वीक है। आप यहाँ पर पहली बार ही आए हो क्या? दूसरी बार? पहली बार। दवाई डल गई आपके? हाँ। कुछ असर लगा आपको? थोड़ा सा। थोड़ा सा लगा। हाँ। आपको भी दवाई डली? मुझसे बोलो। क्या क्या प्रॉब्लम थी आपको? मेरी भी बाय बर्थ वीक थी इसकी तरह। ये आपके बच्चे? जी। आप दिल्ली से आए हो, तो वहाँ पर दिल्ली में इतने बड़े डॉक्टर, वहाँ पर दिखाया था आप लोगों ने? दिल्ली में तो नहीं दिखाया, गाजियाबाद में हम दिखाते हैं बच्चों को ना। ठीक है। हाँ जी, तो इम्प्रूवमेंट तो काफ़ी हुआ था उधर, पर कुछ टाइम से मैं नहीं दिखा पा रही थी वहाँ भी। तो यहाँ कैसे पता चला आपको? यहाँ पर CRPF के एक ऑफिसर हैं, मेरे हस्बैंड भी CRPF में हैं, तो उन्होंने बताया कि यहाँ पर दिखाने से मेरे बच्चे को फ़र्क अच्छा ठीक लगा है, तो फिर हम लोग आए इधर बच्चों को दिखाने के लिए। अभी विश्वास है, जैसे यहाँ देखा राज देखा भी बच्चों को आपकी जो आई साइट बिल्कुल ठीक हो जाएगी? जी जी जी। विश्वास की गल की जाती है, आस्था है लोगों को, विश्वास जोड़ा इस दवाई ते, इस डॉक्टर की दवाई ते, क्योंकि ड्रॉप्स पाते हैं 15-15 मिनट बाद ड्रॉप्स पाते हैं, तो उस तो बाद कुछ दवाइयाँ उस बीमारी ना जोड़ा ताल्लुक होंदा, चाहे वो नज़र की दोष कोई भी होवे, नज़दीक का दूर का, या कुछ कैटारैक्ट की गल की जाती है, ग्लूकोमा की गल की जाती है, या दूर की या नाइट ब्लाइंडनेस की गल की जाती है। इस तरह के जोड़े इस तो इलावा जिन्हों की नज़र बिल्कुल जोड़े गल की जाती है, पुलिस डिपार्टमेंट होंगे, रेलवे डिपार्टमेंट होंगे, या होर किसी सरकारी इदारे जो टैसट होंगे हैं, जोड़ा एक प्रोटोकॉल होंदा था, एक नज़र दोष बिल्कुल सही चाहिए था, वो भी बिल्कुल
ਇੱਥੋਂ ਦਵਾਈ ਪਾ ਕੇ ਉਹ ਆਪਣੀ ਨਜ਼ਰ ਨੂੰ ਦਰੁਸਤ ਰੱਖਦੇ ਆ। ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲੁਧਿਆਣੇ ਦੀਆਂ ਇੱਕ ਇਲਾਕੇ ਦੀ, ਜਿੱਥੇ ਡਾਕਟਰ ਭੁਪਿੰਦਰ ਸਿੰਘ ਜੀ ਅੱਖਾਂ ਦਾ ਜਿਹੜਾ ਇਲਾਜ ਕਰਦੇ ਆ। ਤਾਂ ਸਭ ਤੋਂ ਪਹਿਲਾਂ ਇੱਥੇ ਆ ਕੇ ਉਹਨਾਂ ਦੇ ਫਾਦਰ ਸਾਹਿਬ ਦੱਸਦੇ ਆ, ਡਾਕਟਰ ਇਕਬਾਲ ਸਿੰਘ ਗਰੇਵਾਲ, ਅਤੇ ਜਿਨ੍ਹਾਂ ਨੂੰ ਬਖਸ਼ਿਸ਼ ਇੱਥੇ ਬਖਸ਼ ਮਿਲੀ ਹੋਈ ਸੀ। ਔਰ ਉਹੀ ਜਿਹੜਾ ਇਸ ਤੋਂ ਇਲਾਵਾ ਉਹ ਕਾਫੀ ਸਾਲਾਂ ਤੋਂ ਕੰਮ ਕਰਦੇ ਸੀ ਵੈਦ ਦਾ, ਕਿਉਂਕਿ ਆਯੁਰਵੈਦਿਕ ਕੰਮ ਕਰਦਾ ਸੀ। ਰਿਸ਼ੀ ਮੁਨੀ ਨੇ ਜਿਹੜੀ ਆਪਾਂ ਨੂੰ ਇੱਕ ਪਦਵੀ ਦਿੱਤੀ ਆ, ਸਾਡੇ ਜਿਹੜੇ ਵੇਦ ਪੁਰਾਣਾਂ ਵਿੱਚ ਯੂਨਾਨੀ ਦਵਾਈਆਂ ਦਾ ਔਰ ਆਯੁਰਵੇਦ ਦਵਾਈਆਂ ਦਾ ਇੱਕ ਦੱਸਿਆ ਗਿਆ ਕੀ ਮਹੱਤਵ ਹੈ। ਤਾਂ ਉਹ ਦਵਾਈਆਂ ਅੱਜ ਵੀ ਇਨਸਾਨੀ ਜ਼ਿੰਦਗੀਆਂ 'ਤੇ ਅਸਰ ਕਰਦੀਆਂ, ਤਾਂ ਉਹਦਾ ਬਿਲਕੁਲ ਫਲ ਮਿਲਦਾ ਜ਼ਰੂਰ ਹੈ। ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਲੁਧਿਆਣੇ ਦੀਆਂ। ਅਤੇ ਇੱਥੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਅੱਖਾਂ ਦੀ ਕੋਈ ਬਿਮਾਰੀ ਹੁੰਦੀ ਹੈ ਤਾਂ ਤੁਸੀਂ ਲੁਧਿਆਣਾ ਦੇ ਜਮਾਲਪੁਰ ਇਲਾਕੇ ਦੇ ਵਿੱਚ ਆ ਕੇ ਆਪਣੀ ਅੱਖਾਂ ਦਾ ਇਲਾਜ ਕਰਾ ਸਕਦੇ ਹੋ। ਤਾਂ ਬਹੁਤ ਹੀ ਘੱਟ ਚਾਰਜਸ ਇਹਨਾਂ ਦੇ ਹੈਗੇ ਆ, ਦਿਖਾਉਣ ਦੀ ਤੁਹਾਡੀ ਕੋਈ ਵੀ ਫੀਸ ਨਹੀਂ ਹੈ। ਤਾਂ ਇੱਕ ਸੇਵਾ ਭਾਵਨਾ ਨਾਲ ਜਿਹੜਾ ਇਲਾਜ ਕਰ ਰਹੇ ਲੋਕਾਂ ਦਾ। ਤਾਂ ਇੱਦਾਂ ਦੀ ਜਿਹੜੀਆਂ ਵੀਡੀਓ ਹੁਣ ਤੁਸੀਂ ਹਮੇਸ਼ਾ ਸ਼ੇਅਰ ਜ਼ਰੂਰ ਕਰਿਆ ਕਰੋ। ਕੈਮਰਾਮੈਨ ਬॉबी ਨਾਲ ਸੰਦੀਪ ਸ਼ਰਮਾ, ਦੈਨਿਕ ਸਵੇਰਾ TV, ਲੁਧਿਆਣਾ।